ਹਕੀਮ ਨਿਆਜ਼ ਅਹਿਮਦ ਡਿਆਲ ਸਾਹਿਬ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਗੱਲਾਂ ਕਰਾਂਗੇ ਨਜ਼ਰੇ ਬੱਧ ਦੇ ਹਵਾਲੇ ਨਾਲ। ਲੇਕਿਨ ਹਕੀਮ ਸਾਹਿਬ, ਡਿਆਲ ਸਾਹਿਬ, ਪਹਿਲੇ ਤਾਂ ਤੁਹਾਨੂੰ ਬਹੁਤ ਵਾਰਮ ਵੈਲਕਮ ਸਾਡੇ ਸ਼ੋਅ ਵਿੱਚ ਆਏ ਤੁਸੀਂ। ਸਰ, ਤੁਹਾਡਾ ਮੈਂ ਸਟੈਬਲਿਸ਼ ਕਰਨਾ ਚਾਹਾਂਗਾ, ਮੈਂ ਹਮੇਸ਼ਾ ਸੁਣਿਆ ਕਿ ਨਜ਼ਰ ਊਂਟ ਨੂੰ ਹਾਂਡੀ 'ਚ ਤੇ ਬੰਦੇ ਨੂੰ ਕਬਰ 'ਚ। ਕਿਉਂ ਸਰ? ਜੇ ਮੈਂ ਗਲਤ ਕਹਾਂ ਤੇ ਤੁਸੀਂ ਮੇਰੀ ਤਨਸੀਕ ਕਰਨੀ। ਹਦੀਸੇ ਪਾਕ, ਹਦੀਸੇ ਪਾਕ, ਠੀਕ। ਤੇ ਉਸ ਹਵਾਲੇ ਨਾਲ ਮੈਨੂੰ ਇਹ ਗੱਲ ਦੱਸੋ ਕਿ ਜਾਦੂ ਵੀ ਲੋਕੀ ਜਿਹੜੇ ਕਰਾਉਂਦੇ ਨੇ ਲੋਕਾਂ ਤੇ, ਉਹ ਵੀ ਹਸਦ ਦੀ ਵਜ੍ਹਾ ਤੋਂ ਕਰਾਉਂਦੇ ਨੇ ਜ਼ਿਆਦਾਤਰ, ਠੀਕ ਹੈ? ਉਹ 'ਚ ਨਜ਼ਰ ਦਾ ਵੀ ਐਲੀਮੈਂਟ ਮਿਕਸ ਹੋ ਜਾਂਦਾ। ਜ਼ਰਾ ਇਸ ਹਵਾਲੇ ਨਾਲ ਆਗਾਹੀ ਕਰੋ, ਕਿਉਂ ਲੋਕ ਇੰਨਾ ਜ਼ਿਆਦਾ ਅੰਦਰੋਂ ਜਿਹੜਾ ਕਹਿੰਦੇ ਨਾ ਭਰ ਜਾਂਦੇ ਨੇ, ਉਹ ਅਗਲੇ ਦੀ ਖੁਸ਼ੀ ਕੀ, ਅਗਲੇ ਦੀ ਮੁਸਕਰਾਹਟ ਕਈ ਵਾਰੀ ਬਰਦਾਸ਼ਤ ਨਹੀਂ ਹੁੰਦੀ। ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲ 'ਚ ਗੱਲ ਇਹ ਕਿ ਇਸ ਦੌਰ ਦੇ ਵਿੱਚ ਦੁਸ਼ਮਣ ਪੈਦਾ ਕਰਨ ਵਾਸਤੇ ਤੁਹਾਨੂੰ ਕੋਈ ਗਲਤ ਕੰਮ ਕਰਨ ਦੀ ਜਾਂ ਉਹਦੇ ਨਾਲ ਦੁਸ਼ਮਣੀ ਕਰਨ ਦੀ ਕੋਈ ਲੋੜ ਨਹੀਂ, ਬਲਕਿ ਤੁਸੀਂ ਅੱਛਾ ਕੰਮ ਕਰ ਲਵੋ, ਕਾਮਯਾਬੀ ਹਾਸਲ ਕਰ ਲਵੋ, ਆਪਣਾ ਨਾਮ ਥੋੜਾ ਜਿਹਾ ਕਮਾ ਲਵੋ, ਤੇ ਤੁਹਾਡੇ ਬੀਸੀਓਂ ਹਸਦ ਔਰ ਤੁਹਾਡੇ ਦੁਸ਼ਮਣ ਪੈਦਾ ਹੋ ਜਾਣਗੇ। ਤੁਸੀਂ ਨਜ਼ਰ ਦੀ ਗੱਲ ਕਰ ਰਹੇ ਹੋ ਤਾਂ ਬੁਨਿਆਦੀ ਤੌਰ ਤੇ ਨਜ਼ਰ ਦੀ 3 ਕਿਸਮਾਂ ਨੇ। ਇੱਕ ਹਸਦ ਦੀ, ਇੱਕ ਹੁੰਦੀ ਹਸਰਤ ਦੀ, ਔਰ ਇੱਕ ਹੁੰਦੀ ਤਾਜਬ ਦੀ। ਇਹ ਜਿਹੜੀ ਮਾਂ ਬਾਪ ਵਾਲੀ ਨਜ਼ਰ ਹੁੰਦੀ ਹੈ ਨਾ ਜੀ, ਜਾਂ ਬਸ ਕਰ ਆਪਣੀ ਨਜ਼ਰ ਵੀ ਲੱਗਦੀ ਹੈ। ਤੁਸੀਂ ਸ਼ੀਸ਼ੇ ਨੂੰ ਵੇਖਿਆ, ਤੁਹਾਡੀ ਲੋਕ ਰੂਟੀਨ ਤੋਂ ਹਟ ਕੇ ਵੇ ਤੇ ਤੁਸੀਂ ਆਪਣੀ ਨਜ਼ਰ 'ਚ ਆ ਵੀ ਆ ਗਏ, ਠੀਕ ਹੈ ਜੀ। ਤੇ ਜਿਹੜੀ ਹਸਰਤ ਹੈ ਉਹ ਇਹ ਹੁੰਦਾ ਅਹਿਸਾਸ ਮਹਿਰੂਮੀ ਹੈ। ਸਾਡੇ ਜਿਹੜੇ ਬਜ਼ੁਰਗ ਸਨ ਉਹ ਅਕਸਰ ਇਹ ਕਹਿੰਦੇ ਸੀ ਕਿ ਉਹ ਚੀਜ਼ਾਂ ਜਿਹੜੀਆਂ ਕਿਸੇ ਕੋਲ ਨਹੀਂ ਹੈਗੀਆਂ, ਆਪਣੀਆਂ ਉਹਨਾਂ ਚੀਜ਼ਾਂ ਨੂੰ ਉਹਨਾਂ ਦੇ ਸਾਹਮਣੇ ਪੇਸ਼ ਨਾ ਕਰੋ, ਕਿਉਂਕਿ ਉਹਦੇ ਅੰਦਰ ਇੱਕ ਕਮੀ ਹੈ ਨਾ ਜੀ। ਤੇ ਉਹ ਫਿਰ ਹਸਰਤ ਕਿ ਕਾਸ਼ ਮੇਰੇ ਕੋਲ ਵੀ ਹੁੰਦਾ। ਉਹ ਜਿਹੜੀ ਹਸਰਤ ਦੀ ਇੱਕ ਆਹ ਜਿਹੜੀ ਹੈ, ਉਹਦੀ ਜਿਹੜੀ ਨੈਗੇਟਿਵ એનર્ਜੀ ਹੈ, ਕਿਉਂਕਿ ਹਰ ਇਨਸਾਨ ਦੇ ਅੰਦਰ ਇੱਕ ਔਰਾ ਹੁੰਦਾ ਹੈ। ਬਿਲਕੁਲ, ਜਿਹੜੇ ਕਮਜ਼ੋਰ ਔਰਾ ਦੇ ਲੋਕ ਹੁੰਦੇ ਨੇ ਉਹ ਨੈਗੇਟਿਵ એનર્ਜੀ ਤੋਂ ਮੁਤਾਸਰ ਹੁੰਦੇ ਨੇ, ਤੇ ਉਹ ਹਸਰਤ ਦੀ ਨਜ਼ਰ ਵੀ ਤੁਹਾਨੂੰ। ਤੇ ਜਿਹੜੀ ਸਭ ਤੋਂ ਖਤਰਨਾਕ ਨਜ਼ਰ ਉਹ ਹਸਦ ਦੀ ਹੈ, ਕਿਉਂਕਿ ਹਸਦ ਜਿਹੜਾ ਹੁੰਦਾ ਉਹ ਖੁਦਾਈ ਵੰਡ ਦੀ ਤਕਸੀਮ ਦੇ ਉੱਤੇ ਮੁਤਰਦ ਹੁੰਦਾ। ਉਹ ਕਹਿੰਦਾ ਜੀ ਇਹਨੂੰ ਕਿਉਂ ਦਿੱਤਾ, ਮੇਰੇ ਕੋਲ ਕਿਉਂ ਨਹੀਂ। ਲਿਹਾਜ਼ਾ ਉਹ ਉਸ ਵੰਡ ਨੂੰ ਆਪਣੇ ਹੱਕ 'ਚ ਕਰਨ ਵਾਸਤੇ ਫਿਰ ਉਹ ਇਸ ਤਰ੍ਹਾਂ ਦੇ ਹੀਲੇ ਬਹਾਨੇ ਜਾਦੂਗਰਾਂ ਕੋਲ, ਆਮਲਾਂ ਕੋਲ, ਉਹ ਫਿਰ ਉਸ ਬਹਾਨੇ ਨਾਲ, ਔਰ ਆਮਲ ਔਰ ਜਾਦੂਗਰ ਜਿਹੜੇ ਨੇ ਉਹ ਫਿਰ ਜਿੰਨਾਤ ਦੇ ਜ਼ਰੀਏ, ਕਿਉਂਕਿ ਜਿੰਨਾਤ ਜਿਹੜੇ ਨੇ ਉਹਨਾਂ ਦੀ ਵੀ ਨਜ਼ਰ ਲੱਗਦੀ ਹੈ। ਬਿਲਕੁਲ, ਉਹ ਫਿਰ ਜਿੰਨਾਤ ਨੂੰ ਭੇਜ ਕੇ ਤੁਹਾਨੂੰ ਮੁਤਾਸਰ ਕਰਦੇ ਨੇ। ਔਰ ਫਿਰ ਜਦੋਂ ਇਨਸਾਨ ਮੁਤਾਸਰ ਹੁੰਦਾ ਹੈ, ਉਹ ਜਿਸਮਾਨੀ ਤੌਰ ਤੇ ਵੀ ਹੁੰਦਾ ਹੈ, ਜ਼ਿਹਨੀ ਤੌਰ ਤੇ ਵੀ ਹੁੰਦਾ ਹੈ, ਮਾਲੀ ਤੌਰ ਤੇ ਵੀ ਹੁੰਦਾ ਹੈ। ਉਹਦੇ ਬਹੁਤ ਸਾਰੇ ਮਾਮਲਾਤ ਹੁੰਦੇ ਨੇ, ਤੇ ਉਹਦਾ ਹੱਲ ਇੱਕੋ ਹੀ ਹੈ, ਜਿਸ ਤਰ੍ਹਾਂ ਕਿ ਅਬਦੁੱਲਾ ਸਾਹਿਬ ਦੱਸ ਰਹੇ ਨੇ ਕਿ ਉਹਦੇ ਵਾਸਤੇ ਕੁਰਾਨੀ ਆਯਾਤ ਜਿਹੜੀਆਂ ਨੇ, ਸੂਰਾ ਨੂਨ ਵਲ ਕਲਮ ਦੀ ਆਖਰੀ 2 ਆਯਾਤ, ਇਹ ਹਦੀਸ ਤੋਂ ਔਰ ਕੁਰਾਨ ਤੋਂ ਇਹਦਾ ਦਾ ਮਕਸਦ ਹੀ ਉਤਰਨ ਦਾ ਇਹ ਸੀ। ਅੱਛਾ, ਮੇਰਾ ਨਾ ਇੱਕ ਕੁਐਸਚਨ ਹੈ ਤੁਹਾਡੇ ਸਾਰਿਆਂ ਨਾਲ, ਪਹਿਲੇ ਤੁਸੀਂ ਆਬਵੀਅਸਲੀ ਐਸਟੈਬਲਿਸ਼ ਕਰਨਾ, ਬਾਅਦ ਚ ਭੱਟੀ ਸਾਹਿਬ ਤੇ ਸਾਰੇ ਲੋਕ ਦੱਸਣਗੇ। ਮੈਂ ਸੁਣਿਆ ਤੇ ਕੁਝ ਲੋਕਾਂ ਦਾ ਇਹ ਆਪਣਾ ਐਕਸਪੀਰੀਅੰਸ ਵੀ ਹੈ ਕਿ ਦੇ ਸੈਡ ਕਿ ਸਾਨੂੰ ਜਿਹਦੇ ਦੀ ਨਜ਼ਰ ਲੱਗੀ ਨਾ, ਜਿਹੜਾ ਸਾਡਾ ਹਾਸੇ ਦੇ ਜਾਂ ਜਿਹੜਾ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿਸੇ ਵੀ ਤਰੀਕੇ ਨਾਲ, ਉਹ ਸਾਨੂੰ ਖਾਬ 'ਚ ਨਜ਼ਰ ਆ ਜਾਂਦਾ। ਇਹ 'ਚ ਕੋਈ ਹਕੀਕਤ ਹੈ? ਪਹਿਲੇ ਤੁਸੀਂ ਦੱਸੋ, ਫਿਰ ਮੈਂ ਮੁਫਤੀ ਸਾਹਿਬ ਵੱਲ ਚੱਲਾਂ। ਜੀ ਇਹਦੇ 'ਚ ਨਾ ਜੀ ਗੱਲ ਉਹੀ ਹੈ ਕਿ ਉਸ ਬੰਦੇ ਦੀ ਜਿਹੜੀ ਉਹ એનર્ਜੀ ਹੈ ਉਹ ਕਿੰਨੀ ਸਟਰੋਂਗ ਹੈ, ਉਹ ਕਿੰਨੀ ਤਾਕਤਵਰ ਹੈ, ਜਿਹੜੀ ਤੁਹਾਨੂੰ ਮੁਤਾਸਰ ਕਰ ਰਹੀ ਹੈ। ਅਗਰ ਤੇ ਉਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਨਜ਼ਰ ਨੂੰ ਮੁਸਲਸਲ ਵੇਖਿਆ, ਫੋਕਸ ਆਫ ਟਾਰਗੇਟ ਕੀਤਾ, ਤੇ ਉਹ ਬੰਦੇ ਨੇ ਮੁੜ ਕੇ ਵੇਖਿਆ, ਅਗਰ ਤੇ ਉਹਦਾ ਟਾਰਗੇਟ ਇੰਨਾ ਜ਼ਿਆਦਾ ਤੁਹਾਡੇ ਤੇ, ਉਹ ਤੁਹਾਡੇ ਹਵਾਸ 'ਚ ਛਾ ਜਾਏਗਾ। ਉਹ ਖੁਦ ਬਖੁਦ ਤੁਹਾਡੇ ਖਾਬ ਦੇ ਵਿੱਚ ਵੀ ਆਏਗਾ, ਉਹ ਤੁਹਾਡੇ ਖਿਆਲ 'ਚ ਵੀ ਆਏਗਾ। ਤੁਸੀਂ ਅਕੇਲੇ ਵੀ ਬੈਠੋ, ਤੁਹਾਨੂੰ ਯਕਦਮ ਜਿਸ ਤਰ੍ਹਾਂ ਅਹਿਸਾਸ ਨਹੀਂ ਹੁੰਦਾ ਕਿ ਕੋਈ ਹੋਰ ਹੈ, ਤੇ ਉਹ ਬਿਲਕੁਲ ਹੋਏਗਾ। ਲੇਕਿਨ ਇਹ ਉਸ ਬੰਦੇ ਦੀ ਹਸਦ ਦੀ ਤਾਕਤ ਹੈ, ਕਿਉਂਕਿ ਹਸਦ ਉਹ ਅੱਲਾਹ ਤਾਲਾ ਦਾ ਬਦਨਸੀਬ ਆਦਮੀ ਹੈ, ਕਿਉਂਕਿ ਗੁਨਾਹਗਾਰਾਂ ਨੇ ਜਾ ਕੇ ਜਹੰਨਮ 'ਚ ਮਰਨ ਤੋਂ ਬਾਅਦ ਸੜਨਾ ਨਾ, ਉਹ ਦੁਨੀਆ 'ਚ ਆਪਣੀ ਅੱਗ 'ਚ ਆਪ ਸੜ ਰਿਹਾ ਹੁੰਦਾ। ਉਹ ਆਪ ਵੀ ਸੜਦਾ ਤੇ ਜਿਹਦੇ ਵਾਸਤੇ ਹਸਦ ਕਰ ਰਿਹਾ ਉਹਨੂੰ ਵੀ ਮੁਤਾਸਰ ਕਰ ਰਿਹਾ। ਅੱਛਾ ਹਕੀਮ ਸਾਹਿਬ, ਦਿਆਲ ਸਾਹਿਬ, ਤੁਹਾਡੇ ਬਾਰੇ ਇੱਕ ਚੀਜ਼ ਬੜੀ ਮੈਂ ਸੁਣੀ ਕਿ ਤੁਸੀਂ ਬੜੀ ਖਲਕੇ ਖੁਦਾ ਦੀ ਖਿਦਮਤ ਕਰਦੇ ਹੋ। ਕਿਸੇ ਦੇ ਉੱਤੇ ਆਸੇਬ ਹੋਏ, ਕਿਸੇ ਦੇ ਉੱਤੇ ਕੋਈ ਅਸਰ ਹੋਏ, ਤੇ ਤੁਹਾਨੂੰ ਪਤਾ ਲੱਗ ਜਾਂਦਾ, ਤੇ ਤੁਹਾਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਉਹ ਜਿਹੜੀ ਚੀਜ਼ ਹੈ ਉਹ 'ਚ ਹਾਜ਼ਰ ਹੈ ਜਾਂ ਨਹੀਂ, ਕਿਉਂਕਿ ਲੋਕ ਡਰਾਮਾ ਵੀ ਕਰਦੇ ਨੇ। ਤੇ ਮੈਨੂੰ ਇਹ ਦੱਸੋ, ਮੇਰਾ ਪਰਸਨਲ ਕੁਐਸਚਨ ਹੈ, ਇੱਥੇ ਕੋਈ ਨੈਗੇਟਿਵ એનર્ਜੀ ਹੈ ਸਾਡੇ ਸਟੂਡੀਓ 'ਚ ਇਸ ਵੇਲੇ? ਹੋਣੀ ਨਹੀਂ ਚਾਹੀਦੀ। ਹੋਣੀ ਨਹੀਂ ਚਾਹੀਦੀ, ਲੇਕਿਨ ਤੁਹਾਡਾ ਕੀ ਮਤਲਬ ਖਿਆਲ ਕਹਿੰਦਾ? ਕਿਉਂਕਿ ਆਬਵੀਅਸਲੀ ਤੁਸੀਂ ਆਬਜ਼ਰਵ ਕਰ ਸਕਦੇ ਹੋ ਚੀਜ਼ਾਂ ਨੂੰ। ਜਿਹੜੇ ਦੇ ਸਿਗਨਲ ਆਨ ਨੇ, ਇਹਨਾਂ ਦੇ ਯੂਨਿਟਸ ਆਨ ਨੂੰ ਪਤਾ ਲੱਗ ਜਾਂਦਾ। ਨਹੀਂ ਹੈਗੀ, ਨਾਟ ਐਟ ਆਲ। ਬਰਕਤਾਂ ਰਮਜ਼ਾਨ ਦੀਆਂ, ਸੁਭਾਨ ਅੱਲਾਹ, ਸੁਭਾਨ ਅੱਲਾਹ। ਅੱਛਾ, ਵੈਸੇ ਸਰ ਜਦੋਂ ਨੈਗੇਟਿਵ એનર્ਜੀ ਹੁੰਦੀ, ਇਹਦੀ ਨਿਸ਼ਾਨੀਆਂ ਕੀ ਹੁੰਦੀਆਂ? ਮਿਸਾਲ ਦੇ ਤੌਰ ਤੇ ਇੱਥੇ ਕੀ ਇਦਾਂ ਦੀ ਚੀਜ਼ ਤੁਹਾਨੂੰ ਫੀਲ ਹੋਏਗੀ ਕਿ ਜਾਂ ਇੱਥੇ ਕੋਈ ਨੈਗੇਟਿਵਿਟੀ ਹੈ ਜਾਂ ਕੋਈ ਗੈਰ ਮਰਈ ਮਖਲੂਕ ਦਾ ਇੱਥੇ ਵਜੂਦ ਹੈ? ਇਹਦੇ ਲਈ ਮੇਰੇ ਲਈ ਨਹੀਂ, ਕੋਈ ਆਦਮੀ ਵੀ, ਕਿ ਤੁਸੀਂ ਐਸੀ ਜਗ੍ਹਾ ਤੇ ਜਿੱਥੇ ਕੋਈ ਇਸ ਤਰ੍ਹਾਂ ਦੀ ਤਾਕਤ ਹੋਏਗੀ ਨਾ, ਜਿਹਨੂੰ ਅਸੀਂ ਵਾਲ ਕੰਡੇ ਨਹੀਂ ਕਹਿੰਦੇ, ਤੁਹਾਡੇ ਲੂ ਜਿਹੜੇ ਨੇ ਇਹ ਥੋੜੇ ਜਿਹਾ ਮਤਲਬ ਖੜੇ ਹੋ ਜਾਂਦੇ, ਤੁਹਾਡਾ ਜਿਸਮ ਜਿਹੜਾ ਉਹ ਹੋ ਜਾਏਗਾ। ਦੂਸਰੇ ਨੰਬਰ ਤੇ ਗੱਲ ਇਹ
ਉਹ ਆਪਣੇ ਆਉਣ ਦਾ ਤੁਹਾਨੂੰ ਉੱਥੇ ਹੋਣ ਦਾ ਅਹਿਸਾਸ ਦਿਲਾਏਗਾ, ਤੁਹਾਨੂੰ ਝੁਕਾਉਣਾ ਪਵੇਗਾ ਕਿ ਜਿਵੇਂ ਕਿ ਤੁਹਾਡੇ ਪਿੱਛੋਂ ਆ ਗਿਆ, ਕੋਈ ਇਧਰੋਂ ਆ ਗਿਆ। ਠੀਕ ਹੈ ਜੀ, ਇਹ ਚੀਜ਼ਾਂ ਸਾਰੀਆਂ ਜਿਹੜੀਆਂ ਇਹ ਉੱਥੇ ਹੋਣ। ਕਈ ਵਾਰ ਕਈ ਲੋਕ ਕਹਿੰਦੇ ਨੇ ਵਹਿਮ ਹੁੰਦਾ, ਕਈ ਲੋਕ ਕਹਿੰਦੇ ਨੇ ਸਾਨੂੰ ਵਹਿਮ ਹੁੰਦਾ, ਕਿਉਂਕਿ ਸ਼ਕਲਾਂ ਨੇ ਨਾ ਉਹ ਤੇ ਤੁਹਾਨੂੰ ਕਰ ਰਿਹਾ, ਮਤਲਬ ਤੁਹਾਨੂੰ ਦੱਸ ਰਿਹਾ ਕਿ ਮੈਂ ਹੈ, ਲੇਕਿਨ ਅਸੀਂ ਲੋਕ ਉਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਪਾਗਲ ਕਹਿੰਦੇ ਨੇ। ਕਿਉਂਕਿ ਨਿਆਜ਼ ਸਾਹਿਬ ਤੁਹਾਡੇ ਵਾਸਤੇ ਦਿਲ 'ਚੋਂ ਇੱਕ ਕੁਐਸਚਨ ਆਇਆ, ਤੁਸੀਂ ਜਦੋਂ ਦਾ ਮੈਨੂੰ ਪਤਾ ਲੱਗਿਆ ਨਾ, ਉਹ ਕਹਿੰਦੇ ਨਾ ਬੰਦੇ ਨੂੰ ਇੱਕ ਓਬਵੀਅਸਲੀ ਇਹ ਚੀਜ਼ਾਂ ਵੱਲ ਇੱਕ ਇਨਸਾਨ ਦਾ ਧਿਆਨ ਵੀ ਜ਼ਿਆਦਾ ਪੈਂਦਾ ਹੈ। ਮੈਨੂੰ ਇਹ ਦੱਸੋ ਕਿ ਜਦੋਂ ਵੀ ਕੋਈ ਨੈਗੇਟਿਵ એનર્ਜੀ ਜਾਂ ਕੋਈ ਇਦਾਂ ਦੀ ਗੈਰ ਮਰਈ ਮਖਲੂਕ ਇਹਦੀ ਕੀ ਸ਼ਕਲ ਹੁੰਦੀ? ਕਿਉਂਕਿ ਸਾਨੂੰ ਤੇ ਨਾਰਮਲੀ ਇਹ ਦੱਸਿਆ ਜਾਂਦਾ ਬਹੁਤ ਹੀ ਬੁਰੀ ਸ਼ਕਲ, ਜੇ ਮਾਸ਼ਰੇ ਤੇ ਇਹੀ ਮਸ਼ਹੂਰ ਹੈ ਕਿ ਉਹਨਾਂ ਨੂੰ ਵੇਖ ਕੇ ਤੇ ਬੰਦੇ ਦੇ ਕਹਿੰਦੇ ਨਾ ਪਿਤਾ ਫੇਲ ਹੋ ਜਾਂਦਾ, ਤੇ ਉਹ ਉਸ ਹਿਸਾਬ ਨਾਲ ਕੀ ਦੱਸੋ? ਪਹਿਲੇ ਤੇ ਮੈਂ ਵਜ਼ਾਹਤ ਕਰਾਂ ਕਿ ਆਮ ਤੌਰ ਤੇ ਸਾਡੇ ਜਿਹੜਾ ਸਮਝਿਆ ਜਾਂਦਾ ਕਿ ਜੀ ਜਿੰਨ ਲੱਗਿਆ, ਕਿ ਜੀ ਅੰਦਰ ਆ ਗਿਆ, ਇਹ ਇਸ ਤਰ੍ਹਾਂ ਕਤਈ ਤੌਰ ਤੇ ਨਹੀਂ ਹੁੰਦਾ। ਸਹੀ, ਬੁਨਿਆਦੀ ਤੌਰ ਤੇ ਉਹ ਇੱਕ ਹੋਲਾ ਬਣ ਕੇ ਉਹ ਦੂਰੋਂ ਇਨਸਾਨ ਨੂੰ ਇੰਨਾ ਖੌਫ ਜ਼ਿਆਦਾ ਕਰਦਾ ਹੈ ਕਿ ਉਹ ਖੌਫ ਦੀ ਵਜ੍ਹਾ ਨਾਲ ਬੰਦਾ ਜਿਹੜਾ ਨਾ ਬੇਹੋਸ਼ ਨੂੰ ਦੌਰਾ ਪੈ ਜਾਂਦਾ ਹੈ। ਅੱਛਾ, ਉਹਦੇ ਅੰਦਰ ਨਹੀਂ ਆਉਂਦਾ। ਦੇਖੋ ਤੇ ਅੱਗ ਹੈ ਨਾ ਜੀ, ਦਿਮਾਗ ਨੂੰ ਕਰਦਾ, ਦੇਖੋ ਨਾ ਉਹ ਤੇ ਅੱਗ ਹੈ ਨਾ ਜੀ, ਉਹ ਤੁਹਾਡੇ ਮਤਲਬ ਸੋਚ ਨੂੰ, ਤੁਹਾਡੇ ਸ਼ਊਰ ਨੂੰ ਨਾ ਜੋ ਖੌਫ ਜ਼ਿਆਦਾ ਕਰਦਾ ਹੈ ਨਾ, ਕਿਸ ਤਰ੍ਹਾਂ ਦਾ। ਲੇਕਿਨ ਉਹ ਜਿਹੜਾ ਦਿਖਾਉਂਦੇ ਨੇ ਜੀ ਜਿੰਨ ਹਾਜ਼ਰ ਹੋ ਗਿਆ, ਉਹ ਬੰਦੇ 'ਚ ਉੱਠ ਕੇ ਬੰਦਾ ਬੋਲ ਰਿਹਾ ਹੈ, ਉਹਦੀ ਜ਼ੁਬਾਨ ਬੋਲ ਰਿਹਾ, ਉਹਨੂੰ ਪੁੱਛਦੇ ਨੇ ਤੂੰ ਕੌਣ ਹੈ। ਅਸੀਂ ਮੁਖਤਲਿਫ ਵੀਡੀਓਜ਼ ਦੇਖੋ ਨਾ, ਉਹ ਇੱਕ ਦੂਰੋਂ ਵੀ ਤੇ ਉਹਦੀ ਆਵਾਜ਼ ਹੀ ਹੈ ਨਾ ਜੀ, ਉਹ ਇੱਕ ਗੈਰ ਮਰਈ ਤਾਕਤ ਹੈ। ਉਹ ਤੇ ਕਿਸੇ ਤੱਕ ਵੀ, ਕਿਸੇ ਰੰਗ 'ਚ ਵੀ ਆ ਸਕਦੀ, ਕਿਸੇ ਰੂਪ 'ਚ ਆ ਸਕਦੀ, ਕਿਸੇ ਜਗ੍ਹਾ ਤੇ ਵੀ ਹੋ ਸਕਦੀ ਹੈ ਨਾ, ਸ਼ਕਲ ਚੇਂਜ ਕਰਨ ਦੀ ਸਲਾਹੀਅਤ ਹੈ ਨਾ, ਤੇ ਉਹਦੇ ਅੰਦਰ ਹੈ। ਉਹ ਦੇਖੋ ਨਾ, ਇੱਥੇ ਤੁਹਾਡੇ ਕੋਲ, ਤੁਹਾਡੇ ਘਰ 'ਚ ਬਿੱਲੀ ਹੈ, ਤੁਹਾਨੂੰ ਕੀ ਪਤਾ ਉਹ ਜੇਨੇ ਕਿ ਬਿੱਲੀ ਕੁੱਤੇ ਦੀ ਸ਼ਕਲ 'ਚ, ਪਤਾ ਨਹੀਂ ਕਿਸ ਕਿਸ ਸ਼ਕਲ 'ਚ ਨਹੀਂ ਹੋ। ਲਿਹਾਜ਼ਾ ਇਹ ਜਿਹੜੀ ਗੱਲ ਹੈ ਨਾ ਕਿ ਜੋ ਬੰਦੇ ਨੂੰ ਕਿਸ ਤਰ੍ਹਾਂ ਕਰਦੀ ਹੈ, ਉਹਦੀਆਂ ਮੁਖਤਲਿਫ ਸ਼ਕਲਾਂ ਨੇ। ਉਹ ਜਿਹੜਾ ਬੰਦਾ ਜਿਹਨੂੰ ਭੇਜ ਰਿਹਾ ਤੁਹਾਡੇ ਵਾਸਤੇ, ਉਹਦੇ ਤੇ ਡਿਪੈਂਡ ਕਰਦਾ ਹੈ ਕਿ ਉਹ ਕੀ ਚਾਹੁੰਦਾ ਹੈ, ਉਹ ਤੁਹਾਨੂੰ ਕਿੰਨਾ ਕੁ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਠੀਕ, ਉਹ ਉਹਦੇ ਤੇ ਡਿਪੈਂਡ ਕਰਦਾ ਹੈ। ਦੂਸਰੇ ਨੰਬਰ ਤੇ ਜਿਹੜੇ ਜਿੰਨ ਖੁਦ ਬਖੁਦ ਤੁਹਾਡੇ ਤੇ ਮੁਸਲਤ ਹੁੰਦੇ ਨੇ, ਬਾਜ਼ਕਾਤ ਕੁਝ ਜਿੰਨ ਆਸ਼ਿਕ ਹੋ ਜਾਂਦੇ ਨੇ, ਜਿਸ ਤਰ੍ਹਾਂ ਕਿ ਅਕਸਰ ਖਵਾਤੀਨ ਤੇ ਜ਼ਿਆਦਾ ਕੇਸ ਇਹ ਹੁੰਦੇ ਨੇ ਕਿ ਜੋ ਕਹਿੰਦਾ ਜੀ ਮੈਂ ਨਹੀਂ ਜਾਣਾ, ਮੈਂ ਆਸ਼ਿਕ ਹੋ ਗਿਆ। ਅੱਛਾ, ਹਾਂਜੀ, ਇਦਾਂ ਦੇ ਵੀ ਕੇਸਿਸ ਹੁੰਦੇ ਨੇ, ਇਸ ਤਰ੍ਹਾਂ ਜ਼ਿਆਦਾ ਹੁੰਦੇ ਨੇ ਖਵਾਤੀਨ ਦੇ ਵਿੱਚ। ਅੱਛਾ ਹਕੀਮ ਸਾਹਿਬ, ਕੋਈ ਸਾਨੂੰ ਨਾ ਇਦਾਂ ਦਾ ਮੁਜਰਬ ਨੁਸਖਾ ਦੱਸੋ ਰਿਗਾਰਡਿੰਗ ਨਜ਼ਰੇ ਬਦ, ਜੀ, ਜਿਹੜਾ ਤੁਸੀਂ ਮਤਲਬ ਆਪਣੇ ਚਾਹਣ ਵਾਲਿਆਂ ਨੂੰ ਜਾਂ ਜਿਹੜੇ ਤੁਹਾਡੇ ਕੋਲ ਲੋਕ ਆਉਂਦੇ ਨੇ ਇਲਾਜ ਦੇ ਗਰਜ਼ ਨਾਲ, ਉਹਨਾਂ ਨੂੰ ਦੱਸਦੇ? ਅਸੀਂ ਉਹਦੇ ਲਈ ਦੱਸ ਰਹੇ ਹਾਂ ਜੀ ਕਿ ਗੋਲ ਮਿਰਚਾਂ ਹੁੰਦੀਆਂ ਨੇ, ਬੇਰ ਮਿਰਚ ਜਿਹਨੂੰ ਕਹਿੰਦੇ ਨੇ, ਠੀਕ, ਉਹ ਲੈ ਲਓ, ਉਹਦੇ ਤੇ ਸੂਰਾ ਨੂਨ ਵਲ ਕਲਮ ਦੀ ਆਖਰੀ 2 ਆਇਤਾਂ 41 ਦਫਾ ਪੜ੍ਹ ਕੇ, ਉਹਦੇ ਨਾਲ 3 ਦਫਾ ਆਇਤਲ ਕੁਰਸੀ ਵੀ ਤੇ 3 ਦਫਾ ਆਖਰੀ ਦੋਨੋਂ ਕੋਲ ਉਹ ਫੂਕ ਮਾਰ ਕੇ ਇੱਕ ਮਿਰਚ ਲਵੋ, ਜਿਹੜਾ ਬੰਦਾ ਮੁਤਾਸਰ ਹੈ ਉਹਨੂੰ ਬਿਠਾ ਲਵੋ, ਉਹਨੂੰ ਇਸ ਤਰ੍ਹਾਂ ਔਜ਼ ਬਿल्लाहि मिनश शैतानिर रजीम ਪੂਰੇ ਜਿਸਮ ਤੇ ਮਸ ਕਰਨਾ ਸ਼ੁਰੂ ਕਰੋ, ਇੱਕ ਸਾਈਡ ਤੋਂ ਦੂਸਰੀ ਸਾਈਡ ਤੇ ਆ ਕੇ ਇਹਨੂੰ ਅੱਗ 'ਚ ਜਲਾ ਦਿਓ। ਠੀਕ, ਉਹ 7 ਮਿਰਚਾਂ ਤੁਸੀਂ ਡੇ ਲਾਈਟ 'ਚ ਜਲਾਣੀਆਂ ਨੇ। ਠੀਕ, ਤੇ ਉਹ ਪਹਿਲੇ ਦਿਨ ਤੋਂ ਹੀ ਉਹਦੇ ਅਸਰਾਤ, ਜਿਤਨੀ ਵੀ ਸ਼ਦੀਦ ਕਿਸਮ ਦੀ ਨਜ਼ਰ ਹੋਏਗੀ, ਉਹਦੇ ਅਸਰਾਤ ਖਤਮ ਹੋਣੇ ਸ਼ੁਰੂ ਹੋ ਜਾਣੇ। ਠੀਕ ਠੀਕ, ਲੇਕਿਨ ਉਹ ਅੱਗੇ ਵੀ ਗੱਲ ਹੋ ਰਹੀ ਸੀ ਕਿ ਮਿਰਚਾਂ ਦੀ ਸਮੈਲ ਜਾਂ ਧੂਆਂ, ਉਹ ਜਦੋਂ ਜਿਸ ਦਿਨ ਮਿਰਚਾਂ ਦਾ ਧੂਆਂ ਸਮੈਲ ਆਉਣੀ ਸ਼ੁਰੂ ਹੋ ਜਾਏ, ਤੁਸੀਂ ਮਿਰਚਾਂ ਜਲਾਣੀਆਂ ਖਤਮ ਕਰ ਦਿਓ, ਮਿਰਚਾਂ ਨੂੰ ਮਹਿਫੂਜ਼ ਰੱਖੋ, ਫਿਰ ਦੁਬਾਰਾ ਅਗਲੀ ਵਾਰੀ ਅਗਰ ਜ਼ਰੂਰਤ ਹੋਵੇ ਤੇ ਫਿਰ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਹਕੀਮ ਨਿਆਜ਼ ਅਹਿਮਦ ਡਿਆਲ ਸਾਹਿਬ। ਤੁਹਾਡੇ ਨਾਲ ਮੈਂ ਇੱਕ ਅਲੱਗਾ ਵੀ ਇਨਸ਼ਾਅੱਲਾ ਨਿਸ਼ਸਤ ਕਰਾਂਗਾ, ਲੇਕਿਨ ਤੁਹਾਡੇ ਨਾਲ ਸਾਡੇ ਗਿਫਟ ਹੈਂਪਰ ਜ਼ਰੂਰ ਜਾਣਗੇ। ਇਹ ਸਰ ਰਾਈਜ਼ਨ ਦਾ ਗਿਫਟ ਹੈਂਪਰ ਤੁਹਾਡੇ ਨਾਲ ਜਾਏਗਾ, ਤੇ ਨਾਲ ਮਰਹਬਾ ਗੁਲਬਹਾਰ ਦਾ ਵੀ ਜਾਏਗਾ।